Good morning students today's our topic is list of economic problem ਆਪਾਂ ਕੱਲ ਕਰ ਰਹੇ ਸੀ ਚੈਪਟਰ ਸੈਂਟਰ ਆਫ ਇਕਨੋਮਿਕ ਪ੍ਰੋਬਲਮ ਇਹ ਤੁਹਾਡੀ ਬੁੱਕ ਪਾਰਟ A ਦਾ ਫਸਟ ਚੈਪਟਰ ਹੈ ਜਿਹੜਾ ਆਪਾਂ ਕਰ ਰਹੇ ਹਾਂ ਠੀਕ ਹੈ ਇਹ ਤੁਹਾਡੇ ਸਿਲੇਬਸ ਦੇ ਵਿੱਚ ਹੈ ਤੁਸੀਂ ਜਦੋਂ ਪੁਰਾਣੇ ਬੁੱਕਸ ਪਰਚੇਜ਼ ਕਰ ਲੈਣਾ ਤੇ ਉਹ ਤੁਸੀਂ ਫਿਰ ਕਨਫਿਊਜ਼ ਹੋ ਜਾਂਦੇ ਹੋ ਤੁਹਾਨੂੰ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਪੁਰਾਣੀਆਂ ਬੁੱਕਸ ਕਿਸੇ ਨੇ ਨਹੀਂ ਲੈਣੀਆਂ ਨਿਊ ਐਡੀਸ਼ਨਸ ਦੀਆਂ ਬੁੱਕਸ ਲੈਣੀਆਂ ਨੇ ਜੋ ਹਜੇ ਮਾਰਕੀਟ ਦੇ ਵਿੱਚ ਨਹੀਂ ਆਈਆਂ ਮੈਂ ਤੁਹਾਨੂੰ ਜਿੰਨਾ ਵੀ ਸਿਲੇਬਸ ਕਰਵਾ ਰਹੀ ਜੋ ਵੀ ਟੌਪਿਕਸ ਕਰਵਾ ਰਹੀ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਹੀ ਕਰਵਾ ਰਹੀ ਹਾਂ ਠੀਕ ਹੈ ਚਲੋ ਹੁਣ ਆਪਾਂ ਕੱਲ ਕਰ ਰਹੇ ਸੀ ਸੈਂਟਰਲ ਪ੍ਰੋਬਲਮ ਆਫ ਐਨ ਇਕੋਨਮੀ ਠੀਕ ਹੈ ਆਪਾਂ ਕੱਲ ਇਹ ਪੜ੍ਹਿਆ ਸੀ ਅੱਜ ਆਪਾਂ ਪੜਾਂਗੇ ਲਿਸਟ ਆਫ ਇਕਨੋਮਿਕ ਪ੍ਰੋਬਲਮ ਦੀ ਲਿਸਟ ਕੀ ਹੈ ਤਾਂ ਤਿੰਨੀ ਟੌਪਿਕ ਨੇ ਤੁਹਾਡੀ ਬੁੱਕ ਦੇ ਵਿੱਚ ਵਟ ਟੂ ਪ੍ਰੋਡਿਊਸ ਅਸੀਂ ਕੀ ਪ੍ਰੋਡਿਊਸ ਕਰੀਏ ਹਾਊ ਟੂ ਪ੍ਰੋਡਿਊਸ ਕਿਵੇਂ ਪ੍ਰੋਡਿਊਸ ਕਰੀਏ ਫॉर ਵੋਮ ਟੂ ਪ੍ਰੋਡਿਊਸ ਕਿਸ ਦੇ ਲਈ ਕਰੀਏ ਸਮਝ ਗਏ ਤਿੰਨ ਚੀਜ਼ਾਂ ਨੇ ਕੀ ਨੇ ਕਿ ਵਟ ਟੂ ਪ੍ਰੋਡਿਊਸ ਅਸੀਂ ਕੀ ਪ੍ਰੋਡਿਊਸ ਕਰੀਏ ਕਿਵੇਂ ਕਰੀਏ ਤੇ ਕਿਸ ਦੇ ਲਈ ਕਰੀਏ ਬਸ ਤਿੰਨ ਪ੍ਰੋਬਲਮਸ ਨੇ ਇਕਨੋਮੀ ਦੀਆਂ ਕੀ ਕਰੀਏ ਕਿਵੇਂ ਕਰੀਏ ਕਿਸ ਦੇ ਲਈ ਕਰੀਏ ਠੀਕ ਹੈ ਕੀ ਕਰੀਏ ਦਾ ਮਤਲਬ ਪਹਿਲਾਂ ਤੁਹਾਨੂੰ ਦੱਸਦੀ ਮੈਂ ਕਿ ਅਸੀਂ ਕੀ ਪ੍ਰੋਡਿਊਸ ਕਰੀਏ ਅਸੀਂ ਕੰਜ਼ਿਊਮਰ ਆਪਣੇ ਪਹਿਲੇ ਤੁਹਾਨੂੰ ਕਿਹਾ ਸੀ ਕਿ ਸਾਡੇ ਜ਼ਰੂਰਤਾਂ ਕੀ ਨੇ ਅਨਲਿਮਿਟਡ ਨੇ ਸਾਡੇ ਕੋਲ ਸੋਰਸਿਸ ਲਿਮਿਟਡ ਨੇ ਜਿਹੜੇ ਸਾਡੇ ਕੋਲ ਲਿਮਿਟਡ ਸੋਰਸਿਸ ਨੇ ਉਹਨਾਂ ਨਾਲ ਅਸੀਂ ਕੀ ਚੀਜ਼ਾਂ ਪ੍ਰੋਡਿਊਸ ਕਰੀਏ ਅਸੀਂ ਕੰਜ਼ਿਊਮਰ ਗੁੱਡਸ ਬਣਾਈਏ ਅਸੀਂ ਲਗਜ਼ਰੀ ਗੁੱਡਸ ਬਣਾਈਏ ਜਾਂ ਅਸੀਂ ਉਹਨਾਂ ਦਾ ਡਿਫੈਂਸ ਗੁੱਡਸ ਬਣਾਈਏ ਡਿਫੈਂਸ ਮਤਲਬ ਜੋ ਆਪਣੇ ਦੇਸ਼ ਦੀ ਸੁਰੱਖਿਆ ਦੇ ਲਈ ਅਸੀਂ ਹਥਿਆਰ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਈਏ ਜਾਂ ਸਾਡੀ ਅਸੀਂ ਕੰਜ਼ਿਊਮਰ ਗੁੱਡਸ ਬਣਾਈਏ ਕੰਜ਼ਿਊਮਰ ਗੁੱਡਸ ਦੇ ਅੰਦਰ ਵੀ ਬਹੁਤ ਆ ਜਾਂਦੇ ਨੇ ਜਿਵੇਂ ਲਗਜ਼ਰੀ ਗੁੱਡਸ ਵੀ ਜਿਹਨਾਂ ਲੋਕਾਂ ਦੀ ਨਾਲ ਉਹਦਾ ਹਾਈ ਸਟੈਂਡਰਡ ਹਾਈ ਹੁੰਦਾ ਵੈ ਜਿਹਨਾਂ ਚੀਜ਼ਾਂ ਨਾਲ ਜਾਂ ਅਸੀਂ ਨਸੈਂਸਰੀ ਗੁੱਡਸ ਬਣਾਈਏ ਜੋ ਲੋਕਾਂ ਦੇ ਲਈ ਬਹੁਤ ਜ਼ਰੂਰੀ ਨੇ ਜਾਂ ਅਸੀਂ ਗਰੀਬ ਲੋਕਾਂ ਲਈ ਨੂੰ ਦੀ ਡਿਮਾਂਡ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਚੀਜ਼ਾਂ ਪ੍ਰੋਡਿਊਸ ਕਰੀਏ ਜਾਂ ਅਸੀਂ ਰਿਚ ਪਰਸਨ ਅਮੀਰ ਲੋਕਾਂ ਦੀ ਡਿਮਾਂਡ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਚੀਜ਼ਾਂ ਨੂੰ ਬਣਾਈਏ ਹੁਣ ਜੇ ਆਪਾਂ ਸਾਰੇ ਗਰੀਬ ਲੋਕਾਂ ਨੂੰ ਆਪਾਂ ਸੋਚੀਏ ਕਿ ਅਸੀਂ ਗਰੀਬੀ ਖਤਮ ਕਰ ਦੇਣੀ ਹੈ ਅਸੀਂ ਗਰੀਬ ਲੋਕਾਂ ਦੀ ਡਿਮਾਂਡ ਦੇ ਅਕੋਰਡਿੰਗ ਚੀਜ਼ਾਂ ਬਣਾਉਣ ਲੱਗ ਜਾਈਏ ਤਾਂ ਅਮੀਰ ਲੋਕਾਂ ਦੀ ਡਿਮਾਂਡ ਦਾ ਅਸੀਂ ਕੀ ਕਰਾਂਗੇ ਫਿਰ ਸਾਡਾ ਸਟੈਂਡਰਡ ਆਫ ਜਿਹੜਾ ਹੈਗਾ ਲਿਵਿੰਗ ਆਫ ਸਟੈਂਡਰਡ ਉਹ ਕਿਵੇਂ ਅਪ ਹੋਏਗਾ ਤਾਂ ਅਸੀਂ ਇਹ ਵੀ ਤਾਂ ਮੇਨਟੇਨ ਕਰਨਾ ਹੈ ਕਿ ਸਾਡਾ ਸਟੈਂਡਰਡ ਆਫ ਲਿਵਿੰਗ ਵੀ ਤਾਂ ਅਪ ਹੋਵੇ ਨਾ ਫਿਰ ਅਸੀਂ ਇਹ ਵੀ ਦੇਖਣਾ ਹੈ ਕਿ ਸਾਡੇ ਦੇਸ਼ ਦੀ ਸੁਰੱਖਿਆ ਦੇ ਲਈ ਕੀ ਜ਼ਰੂਰੀ ਹੈ ਸੰਦ ਹਥਿਆਰ ਵਗੈਰਾ ਜ਼ਰੂਰੀ ਨੇ ਠੀਕ ਹੈ ਤਾਂ ਅਸੀਂ ਉਹ ਚੀਜ਼ਾਂ ਵੀ ਪ੍ਰੋਡਿਊਸ ਕਰੀਏ ਤਾਂ ਸਾਨੂੰ ਇਹਨਾਂ ਨੂੰ ਇਕੁਅਲ ਪੋਰਸ਼ਨ ਦੇ ਵਿੱਚ ਵੜਨਾ ਪਏਗਾ ਤਾਂ ਸਾਨੂੰ ਇਹ ਡਿਸੀਜਨ ਲੈਣਾ ਪਏਗਾ ਕਿ ਅਸੀਂ ਆਪਣੇ ਲਿਮਿਟਡ ਸੋਰਸ ਦੇ ਨਾਲ ਕੀ ਚੀਜ਼ਾਂ ਪ੍ਰੋਡਿਊਸ ਕਰੀਏ ਕਿੰਨੀਆਂ ਕੰਜ਼ਿਊਮਰ ਗੁੱਡਸ ਪ੍ਰੋਡਿਊਸ ਕਰੀਏ ਕਿੰਨੀਆਂ ਵਾਰ ਗੁੱਡਸ ਪ੍ਰੋਡਿਊਸ ਕਰੀਏ ਠੀਕ ਹੈ ਕਿੰਨੀਆਂ ਲਗਜ਼ਰੀ ਗੁੱਡਸ ਬਣਾਈਏ ਕਿੰਨੀਆਂ ਨੈਸੈਸਰੀ ਗੁੱਡਸ ਬਣਾਈਏ ਅਸੀਂ ਕੀ ਕਰਾਂਗੇ ਸੋਰਸਿਸ ਨੂੰ ਪਾਰਟਸ ਦੇ ਵਿੱਚ ਡਿਵਾਈਡ ਕਰ ਲਾਂਗੇ ਸਮਝਾਉਣ ਵਾਸਤੇ ਸੀਗਾ ਲਿਖਣਾ ਤਾਂ ਇਹ ਜੋ ਹੁਣ ਮੈਂ ਤੁਹਾਨੂੰ ਕਰਵਾਉਣੀ ਹੈ A country cannot produce all goods because it has limited sources. ਇੱਕ ਦੇਸ਼ ਸਾਰੀ ਚੀਜ਼ਾਂ ਪ੍ਰੋਡਿਊਸ ਨਹੀਂ ਕਰ ਸਕਦਾ ਕਿਉਂਕਿ ਉਹਦੇ ਕੋਲ ਸੋਰਸਿਸ ਕੀ ਨੇ ਲਿਮਿਟਡ ਨੇ ਮੈਂ ਤੁਹਾਨੂੰ ਦੱਸਦਾ ਨਾ ਕਿਵੇਂ ਤਾਂ ਕਰਕੇ ਇਟ ਹੈਜ਼ ਟੂ ਮੇਕ ਅ ਚੁਆਇਸ ਤੁਹਾਨੂੰ ਚੁਆਇਸ ਕਰਨੀ ਪਏਗੀ ਬਿਟਵੀਨ ਡਿਫਰੈਂਟ ਗੁੱਡ ਐਂਡ ਸਰਵਿਸ ਦੇ ਵਿੱਚ ਕਿ ਕਿਹੜੇ ਗੁੱਡਸ ਅਸੀਂ ਡਿਫਰੈਂਟ ਗੁੱਡ ਐਂਡ ਸਰਵਿਸ ਵਿੱਚ ਕਿਹੜੇ ਚੀਜ਼ਾਂ ਅਸੀਂ ਪ੍ਰੋਡਿਊਸ ਕਰੀਏ ਕਿਹੜੇ ਚੀਜ਼ਾਂ ਨੂੰ ਅਸੀਂ ਸੈਕਰੀਫਾਈ ਕਰੀਏ ਐਵਰੀ ਇਕਨੋਮੀ ਹੈਜ਼ ਟੂ ਡਿਸਾਈਡ ਵਟ ਗੁੱਡਸ ਐਂਡ ਸਰਵਿਸ ਸ਼ੁੱਡ ਬੀ ਪ੍ਰੋਡਿਊਸ ਹਰੇਕ ਇਕਨੋਮੀ ਨੂੰ ਇਹ ਡਿਸਾਈਡ ਕਰਨਾ ਪਏਗਾ ਕਿ ਉਹ ਕਿਹੜੇ ਗੁੱਡ ਐਂਡ ਸਰਵਿਸ ਨੂੰ ਪ੍ਰੋਡਿਊਸ ਕਰੇ ਠੀਕ ਹੈ ਇਫ ਫਾਰਮਰ ਹੈਜ਼ ਅ ਸਿੰਗਲ ਪੀਸ ਆਫ ਐਗਰੀਕਲਚਰ ਲੈਂਡ ਉਹਨਾਂ ਕੀ ਐਗਜ਼ਾਮਪਲ ਦਿੱਤੀ ਹੈ ਕਿ ਇੱਕ ਫਾਰਮਰ ਦੇ ਕੋਲ ਇੱਕ ਲੈਂਡ ਦਾ ਟੁਕੜਾ ਹੈ ਹੁਣ ਉਹ ਇੱਕ ਲੈਂਡ ਦੇ ਟੁਕੜੇ ਤੇ ਦੇਖੋ ਐਗਜ਼ਾਮਪਲ ਹੈ ਇੱਕ ਲੈਂਡ ਦੇ ਟੁਕੜੇ ਤੇ ਜੋ ਚਾਹਵੇ ਤਾਂ ਸਾਰੀ ਤਰ੍ਹਾਂ ਦੀ ਫਸਲ ਤਾਂ ਨਹੀਂ ਨਾ ਉਗਾ ਸਕਦਾ ਉਹ ਕਵੇ ਕਿ ਮੈਂ ਇਹਦੇ 'ਚ ਸੀਜ਼ਨਲ ਵੈਜੀਟੇਬਲ ਵੀ ਉਗਾ ਦਾਂ ਇਹਦੇ 'ਚ ਸੀਜ਼ਨਲ ਫਰੂਟਸ ਵੀ ਉਗਾ ਦਾਂ ਇਹਦੇ ਵਿੱਚ ਮੈਂ ਅਨਾਜ ਵੀ ਉਗਾ ਦਾਂ ਤਾਂ ਹੁਣ ਇੱਕ ਲੈਂਡ ਦੇ ਟੁਕੜੇ ਤੇ ਕੀ ਉਗਾਏਗਾ ਐਟ ਏ ਟਾਈਮ ਤਾਂ ਉਹਨੂੰ ਇੱਕ ਜਾਂ ਦੋ ਚੀਜ਼ਾਂ ਹੀ ਉਗਾ ਸਕਦਾ ਨਾ ਇੱਕ ਜਾਂ ਦੋ ਫਸਲ ਬਾਕੀ ਚੀਜ਼ਾਂ ਤਾਂ ਉਹਨੂੰ ਸੈਕਰੀਫਾਈ ਕਰਨਾ ਪਏਗਾ ਹੁਣ ਇੱਕ ਕਿਸਾਨ ਨੂੰ ਡਿਸਾਈਡ ਕਰਨਾ ਪਊਗਾ ਚੁਆਇਸ ਕਰਨੀ ਪਊਗੀ ਕਿ ਉਹ ਆਪਣੇ ਛੋਟੇ ਜਿਹੜਾ ਉਹਦੇ ਕੋਲ ਫਾਰਮ ਲੈਂਡ ਦਾ ਟੁਕੜਾ ਹੈ ਉਹ ਉਹਦੇ ਤੇ ਕਿਹੜੀ ਖੇਤੀ ਕਰੇ ਕਿਹੜੀ ਫਸਲ ਉਗਾਵੇ ਤੇ ਕਿੰਦਾ ਉਹ ਤਿਆਰ ਕਰਦੇ ਜਿਹਦੇ ਤੋਂ ਉਹਨੂੰ ਜ਼ਿਆਦਾ ਬੈਨੀਫਿਟ ਲੱਗ ਜਾਏਗਾ ਉਹ ਕੀ ਆ ਉਹ ਉਸ ਚੀਜ਼ ਦੀ ਕੀ ਹੈ ਪ੍ਰੋਡਕਸ਼ਨ ਕਰੇਗਾ ਬਾਕੀ ਦਾ ਸੈਕਰੀਫਾਈ ਕਰ ਦੇਗਾ ਹੁਣ ਮੈਨੂੰ ਲੱਗਦਾ ਸਮਝ ਆ ਗਿਆ ਹੋਊਗਾ ਤੁਹਾਨੂੰ ਕਿ ਐਵੇਂ ਆਪਾਂ ਨੂੰ ਕੀ ਹੈ ਸੈਕਰੀਫਾਈ ਕਰਨਾ ਪਏਗਾ ਲੈਂਡ ਦਾ ਟੁਕੜਾ ਉਹਦੇ ਕੋਲ ਫਿਕਸ ਹੈ ਲਿਮਿਟਡ ਹੈ ਹੁਣ ਉਹਦੇ ਤੇ ਸਾਰੀ ਤਰ੍ਹਾਂ ਦੀ ਫਸਲ ਤਾਂ ਨਹੀਂ ਨਾ ਉਗਾ ਸਕਦਾ ਬਹੁਤ ਤਰ੍ਹਾਂ ਦਾ ਫਰੂਟ ਵੀ ਉਗਾ ਦੇ ਵੈਜੀਟੇਬਲਸ ਵੀ ਉਗਾ ਦੇ ਅਨਾਜ ਵੀ ਉਗਾ ਦੇ ਕਮਰਸ਼ੀਅਲ ਜਿਹੜੇ ਹੈਗੀ ਹੈ ਖੇਤੀਬਾੜੀ ਉਹ ਫਸਲ ਹੈ ਉਹ ਵੀ ਉਗਾ ਦੇ ਕੁਛ ਚੀਜ਼ਾਂ ਦਾ ਤੁਹਾਨੂੰ ਤਿਆਰ ਕਰਨਾ ਪਏਗਾ ਨਾ ਜਿਸ ਤਰ੍ਹਾਂ ਸਿਮਿਲਰਲੀ ਇਸੇ ਤਰ੍ਹਾਂ ਹੀ ਅਵਰ ਗਵਰਨਮੈਂਟਸ ਹੈਜ਼ ਟੂ ਡਿਸਾਈਡ ਵੇਅਰ ਟੂ ਲੋਕੇਟ ਫੰਡ ਇਸ ਤਰ੍ਹਾਂ ਗਵਰਨਮੈਂਟ ਜਿਹੜੀ ਹੈਗੀ ਉਹਨੂੰ ਵੀ ਡਿਸੀਜਨ ਲੈਣਾ ਪੈਂਦਾ ਕਿ ਗਵਰਨਮੈਂਟ ਕੋਲ ਜਿਹੜਾ ਫੰਡ ਜਿਹੜਾ ਪੈਸਾ ਹੈ ਉਹ ਕਿੱਥੇ ਖਰਚ ਕਰੇ ਹੁਣ ਉਹ ਸਾਰਾ ਪੈਸਾ ਅਮੀਰਾਂ ਦੇ ਵਿੱਚ ਵੀ ਨਹੀਂ ਵੰਡ ਸਕਦੀ ਸਾਰਾ ਪੈਸਾ ਜੇ ਗਰੀਬਾਂ ਦੇ ਵਿੱਚ ਵੰਡ ਦੇਗੀ ਤਾਂ ਦੇਸ਼ ਦੀ ਪ੍ਰੋਡਕਸ਼ਨ ਕਿਵੇਂ ਹੋਏਗੀ ਇੱਕ ਆਪਣੀ ਇਕਨੋਮੀ ਡਿਵੈਲਪ ਕਿਵੇਂ ਕਰੇਗੀ ਵਾਰ ਗੁੱਡਸ ਵੀ ਬਣਾਉਣੀਆਂ ਤਾਂ ਕੀ ਹੈ ਗਵਰਨਮੈਂਟ ਨੂੰ ਡਿਸੀਜਨ ਲੈਣਾ ਪੈਂਦਾ ਕਿ ਜਿਹੜਾ ਉਹਦੇ ਕੋਲ ਫੰਡ ਹੈ ਜਿਹੜਾ ਉਹ ਪੈਸਾ ਹੈ ਉਹ ਕਿਵੇਂ ਸਾਰੇ ਇਕੁਅਲ ਪਾਰਟਸ ਦੇ ਵਿੱਚ ਸਾਰੇ ਜਿੰਨੇ ਵੀ ਹੈਗੇ ਆਪਣੀ ਇਕਨੋਮੀ ਦੇ ਜਿੰਨੇ ਵੀ ਪਾਰਟਸ ਹੈ ਸਭ ਦੇ ਵਿੱਚ ਉਹ ਕਿਵੇਂ ਇਕੁਅਲ ਪੋਰਸ਼ਨਸ ਦੇ ਵਿੱਚ ਡਿਵਾਈਡ ਕਰੇ ਜਾਂ ਜਿਹੜੀ ਆਪਣੀ ਇਕਨੋਮੀ ਦੇ ਲਈ ਜ਼ਿਆਦਾ ਵਧੀਆ ਨੇ ਉਹਦੇ ਵਿੱਚ ਉਹ ਆਪਣੇ ਫੰਡ ਨੂੰ ਕਿਵੇਂ ਡਿਸਟਰੀਬਿਊਟ ਕਰੇ ਤਾਂ ਜੋ ਕਿ ਆਪਣੀ ਇਕਨੋਮੀ ਵੀ ਡਿਵੈਲਪ ਹੁੰਦੀ ਰਹੇ ਤੇ ਆਪਣੇ ਦੇਸ਼ ਵਿੱਚ ਪਾਵਰਟੀ ਅਨਇੰਪਲੋਇਮੈਂਟ ਇਸ ਤਰ੍ਹਾਂ ਜਿਹੜੇ ਪ੍ਰੋਬਲਮਸ ਨੇ ਉਹ ਵੀ ਕੀ ਹੋ ਜਾਣ ਸੋਲਵ ਹੋ ਜਾਣ ਹੁਣ ਜਿਵੇਂ ਤੁਸੀਂ ਇਹਦੀ ਐਗਜ਼ਾਮਪਲ ਲੈ ਕੇ ਚੱਲ ਸਕਦੇ ਹੋ ਆਪਣੇ ਘਰ ਦੇ ਵਿੱਚ ਮੰਥਲੀ ਇਨਕਮ ਹੈ ਆਪਣੀ
ਹੁਣ ਆਪਾਂ ਸਾਰਾ ਸੋਚ ਕੇ ਚੱਲਦੇ ਵੀ ਮੰਥਲੀ ਇਨਕਮ ਹੈ, ਬੱਚਿਆਂ ਦੀ ਫੀਸ ਵੀ ਭਰਨੀ ਹੈ, ਟਿਊਸ਼ਨ ਸਪੇਸ ਵੀ ਦੇਣੀ ਹੈ, ਘਰ ਦਾ ਖਰਚ ਵੀ ਚਲਾਉਣਾ ਵੈ, ਫਿਰ ਜਿਹੜੇ ਹੋਰ ਛੋਟੇ ਮੋਟੇ ਆਪਣੇ ਫੀਸ ਫੰਡਸ ਹੋ ਜਾਂਦੇ ਨੇ ਉਹਨਾਂ ਨੂੰ ਵੀ ਆਪਾਂ ਕਰਨਾ ਹੈ, ਫਿਊਚਰ ਲਈ ਵੀ ਥੋੜ੍ਹਾ ਜਿਹਾ ਪੈਸਾ ਸੇਵ ਕਰਕੇ ਰੱਖਣਾ ਹੈ ਕਿ ਆਉਣ ਵਾਲੇ ਟਾਈਮ 'ਚ ਕੋਈ ਵੀ ਇੰਸੀਡੈਂਟ ਵਾਪਰ ਸਕਦਾ, ਕੋਈ ਖੁਸ਼ੀ ਗਮੀ ਕੁਝ ਵੀ ਆ ਸਕਦਾ। ਆਪਾਂ ਸਾਰੀ ਦੀ ਸਾਰੀ ਇਨਕਮ ਤਾਂ ਹੁਣ ਐਸ਼ ਪ੍ਰਸਤੀ ਦੇ ਵਿੱਚ ਉਡਾ ਨਹੀਂ ਨਾ ਦਿੰਦੇ, ਆਪਾਂ ਡਿਵਾਈਡ ਕੀਤਾ ਹੁੰਦਾ ਕਿ ਕਿਹੜੀ ਆਪਣੀ ਇਨਕਮ ਦਾ ਪੋਰਸ਼ਨ ਕਿਵੇਂ ਅਸੀਂ ਖਰਚ ਕਰਨਾ, ਕਿੰਨਾ ਪੋਰਸ਼ਨ ਅਸੀਂ ਸੇਵ ਕਰਕੇ ਰੱਖਣਾ, ਠੀਕ ਹੈ ਉਵੇਂ, ਠੀਕ ਹੈ। ਵਾਟ ਟੂ ਪ੍ਰੋਡਿਊਸ, ਠੀਕ ਹੈ, ਕੀ ਚੀਜ਼ਾਂ ਅਸੀਂ ਪ੍ਰੋਡਿਊਸ ਕਰਨੀਆਂ ਨੇ। ਫਿਰ ਹਾਊ ਟੂ ਪ੍ਰੋਡਿਊਸ ਕਿਵੇਂ ਕਰਨੀਆਂ ਨੇ। ਪ੍ਰੋਡਿਊਸ ਕਰਨ ਦੇ ਲਈ ਆਪਣੇ ਕੋਲ ਦੋ ਹੀ ਮੈਥਡ ਨੇ, ਇੱਕ ਤਾਂ ਹੁੰਦੀ ਹੈ ਕੈਪੀਟਲ ਇੰਟੈਂਸਿਵ ਟੈਕਨੀਕ, ਇੱਕ ਹੁੰਦੀ ਹੈ ਲੇਬਰ ਇੰਟੈਂਸਿਵ ਟੈਕਨੀਕ। ਜਾਂ ਤਾਂ ਅਸੀਂ ਜਿਹੜੀ ਚੀਜ਼ਾਂ ਬਣਾ ਰਹੇ ਹਾਂ, ਜਿਹੜੇ ਵੀ ਚੀਜ਼ਾਂ ਅਸੀਂ ਪ੍ਰੋਡਿਊਸ ਕਰ ਰਹੇ ਹਾਂ, ਉਹ ਸਾਰੀ ਅਸੀਂ ਲੇਬਰ ਦੀ ਮੈਥਡ ਦੇ ਨਾਲ ਉਗਾ ਰਹੇ ਹਾਂ, ਜਿਵੇਂ ਹੱਥ ਦੇ ਬਣੀਆਂ ਚੀਜ਼ਾਂ, ਜਾਂ ਅਸੀਂ ਸਾਰੀਆਂ ਚੀਜ਼ਾਂ ਮਸ਼ੀਨਾਂ ਦੇ ਨਾਲ ਬਣਾ ਦਿੰਦੇ ਹਾਂ। ਹੁਣ ਕੀ ਹੋਏਗਾ, ਜੇਕਰ ਅਸੀਂ ਸਾਰੀ ਚੀਜ਼ਾਂ ਹੱਥਾਂ ਨਾਲ ਬਣਾਉਣੇ ਸ਼ੁਰੂ ਕਰ ਦਈਏ, ਇਹਦੇ ਨਾਲ ਕੀ ਹੋਏਗਾ, ਅਨਇੰਪਲੋਇਮੈਂਟ ਤਾਂ ਖਤਮ ਹੋ ਜਾਏਗੀ, ਸਾਰੇ ਲੋਕਾਂ ਨੂੰ ਰੁਜ਼ਗਾਰ ਤਾਂ ਮਿਲੇਗਾ, ਲੇਕਿਨ ਪ੍ਰੋਡਕਸ਼ਨ ਘੱਟ ਜਾਏਗੀ। ਹੱਥਾਂ ਨਾਲ ਬਣਨ ਵਾਲੀ ਚੀਜ਼ਾਂ ਨੂੰ ਕੀ ਹੈ, ਟਾਈਮ ਜ਼ਿਆਦਾ ਲੱਗਦਾ ਹੈ, ਮਸ਼ੀਨਾਂ ਨਾਲ ਆਪਾਂ ਜ਼ਿਆਦਾ ਕੁਆਂਟੀਟੀ ਪ੍ਰੋਡਿਊਸ ਕਰ ਲੈਂਦੇ ਹਾਂ, ਇਹਦੇ ਨਾਲ ਸਾਡੀ ਇਕੋਨਮੀ ਦੀ ਡਿਵੈਲਪਮੈਂਟ ਨਹੀਂ ਹੋਏਗੀ। ਜੇ ਅਸੀਂ ਸਾਰੀਆਂ ਚੀਜ਼ਾਂ ਮਸ਼ੀਨਾਂ ਨਾਲ ਬਣਾਉਣ ਲੱਗ ਜਾਂਗੇ, ਇਹਦੇ ਨਾਲ ਕੀ ਹੋਏਗਾ ਕਿ ਮਜ਼ਦੂਰਾਂ ਨੂੰ ਕੰਮ ਨਹੀਂ ਮਿਲੇਗਾ, ਬੇਰੁਜ਼ਗਾਰੀ ਵੱਧ ਜਾਏਗੀ, ਗਰੀਬੀ ਆਏਗੀ, ਜੋ ਕਿ ਸਾਡੀ ਇਕੋਨਮੀ ਦੇ ਲਈ ਸਹੀ ਨਹੀਂ ਹੈਗੀ। ਤਾਂ ਸਾਨੂੰ ਕੀ ਹੈ, ਇਹ ਡਿਸੀਜ਼ਨ ਲੈਣਾ ਪਊਗਾ ਕਿ ਅਸੀਂ ਕਿੰਨੀਆਂ ਚੀਜ਼ਾਂ ਦੇ ਲਈ ਲੇਬਰ ਇੰਟੈਂਸਿਵ ਟੈਕਨੀਕ ਯੂਜ਼ ਕਰੀਏ, ਠੀਕ ਹੈ, ਕਿੰਨਿਆਂ ਦੇ ਲਈ ਅਸੀਂ ਕਿ ਕੈਪੀਟਲ ਇੰਟੈਂਸਿਵ ਟੈਕਨੀਕ ਯੂਜ਼ ਕਰੀਏ, ਤਾਂ ਜੋ ਸਾਡੀ ਇਕੋਨਮੀ ਦੀ ਡਿਵੈਲਪਮੈਂਟ ਵੀ ਹੁੰਦੀ ਰਹੇ ਤੇ ਅਨਇੰਪਲੋਇਮੈਂਟ ਵੀ ਨਾ ਵਧੇ, ਠੀਕ ਹੈ। ਦੋਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਡਿਸਾਈਡ ਕਰਾਂਗੇ ਕਿ ਅਸੀਂ ਪ੍ਰੋਡਿਊਸ ਕਿਵੇਂ ਕਰਨਾ ਹੈ, ਕਿੰਨੀ ਅਸੀਂ ਚੀਜ਼ਾਂ ਲੇਬਰ ਦੀ ਹੈਲਪ ਨਾਲ ਪ੍ਰੋਡਿਊਸ ਕਰਨੀ ਹੈ, ਕਿੰਨੀਆਂ ਚੀਜ਼ਾਂ ਅਸੀਂ ਕੈਪੀਟਲ ਮਤਲਬ ਮਸ਼ੀਨਾਂ ਦੀ ਹੈਲਪ ਦੇ ਨਾਲ ਪ੍ਰੋਡਿਊਸ ਕਰਨੀ ਹੈ। ਕਲੀਅਰ ਹੋ ਗਿਆ। ਹੁਣ ਇੱਥੋਂ ਪੜ੍ਹੀਏ, ਹੁਣ ਤੁਹਾਨੂੰ ਸਾਰਾ ਸਮਝ ਆ ਜਾਏਗਾ। ਦਿਸ ਪ੍ਰੋਬਲਮ ਰੈਫਰ ਟੂ ਦ ਚੁਆਇਸ ਆਫ ਟੈਕਨੀਕ ਪ੍ਰੋਡਕਸ਼ਨ, ਕਿ ਇਹ ਪ੍ਰੋਬਲਮ ਕਿਹਨਾਂ ਰੈਫਰ ਕਰਦੀ ਹੈ ਕਿ ਅਸੀਂ ਕਿਹੜੀ ਪ੍ਰੋਡਕਸ਼ਨ ਕਰਨ ਦੇ ਲਈ ਕਿਹੜੀ ਟੈਕਨੀਕ ਅਸੀਂ ਚੂਜ਼ ਕਰਨੀ ਹੈ। ਦਿਸ ਪ੍ਰੋਬਲਮ ਅਰਾਈਜ਼ ਵੈਨ ਦੇਅਰ ਇਜ਼ ਦ ਅਵੇਲੇਬਿਲਿਟੀ ਆਫ ਮੋਰ ਦੈਨ ਵਨ ਵੇ ਟੂ ਪ੍ਰੋਡਿਊਸ ਗੁੱਡ ਐਂਡ ਸਰਵਿਸ। ਕੀ ਕਹਿੰਦੇ ਨੇ, ਇਹ ਪ੍ਰੋਬਲਮ ਕਦੋਂ ਅਰਾਈਜ਼ ਹੁੰਦੀ ਹੈ, ਜਦੋਂ ਸਾਡੇ ਕੋਲ ਇੱਕ ਤੋਂ ਜ਼ਿਆਦਾ ਸੋਰਸਿਸ ਹੋਣ ਗੁੱਡ ਐਂਡ ਸਰਵਿਸ ਨੂੰ ਪ੍ਰੋਡਿਊਸ ਕਰਨ ਦੇ ਲਈ, ਫਿਰ ਹੀ ਚੁਆਇਸ ਕਰਨੀ ਪਊਗੀ। ਜੇ ਆਪਣੇ ਕੋਲ ਆਪਸ਼ਨ ਹੀ ਇੱਕ ਹੀ ਹੋਵੇ ਕਿ ਅਸੀਂ ਸਿਰਫ ਲੇਬਰ ਦੀ ਮਦਦ ਨਾਲ ਹੀ ਪ੍ਰੋਡਕਸ਼ਨ ਕਰ ਸਕਦੇ ਹਾਂ, ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ, ਫਿਰ ਤਾਂ ਆਪਾਂ ਕਰੀ ਚੱਲਾਂਗੇ। ਪ੍ਰੋਬਲਮ ਤਾਂ ਉਹਦੀ ਆਉਂਦੀ ਹੈ ਨਾ ਜਦੋਂ ਆਪਣੇ ਕੋਲ ਇੱਕ ਜਾਂ ਦੋ ਤੋਂ ਜ਼ਿਆਦਾ ਅਲਟਰਨੇਟਿਵ ਹੋਣ। ਕਲੀਅਰ। ਹੁਣ ਇੱਥੇ ਦੋ ਟੈਕਨੀਕਸ ਨੇ, ਇੱਕ ਲੇਬਰ ਹੈ, ਇੱਕ ਕੈਪੀਟਲ ਹੈ। ਜੇ ਟੈਕਨੀਕ ਇੱਕ ਹੁੰਦੀ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਸੀ, ਹੁਣ ਇੱਥੇ ਟੈਕਨੀਕਸ ਦੋ ਨੇ ਤਾਂ ਕਰਕੇ ਪ੍ਰੋਬਲਮ ਆ ਗਈ। ਹੁਣ ਅਸੀਂ ਲੇਬਰ ਇੰਟੈਂਸਿਵ ਟੈਕਨੀਕ ਵੀ ਅਪਣਾ ਨਹੀਂ ਸਕਦੇ ਕਿਉਂਕਿ ਇਹਦੇ ਨਾਲ ਪ੍ਰੋਡਕਸ਼ਨ ਘੱਟ ਜਾਏਗੀ। ਅਸੀਂ ਕੈਪੀਟਲ ਇੰਟੈਂਸਿਵ ਟੈਕਨੀਕ ਵੀ ਨਹੀਂ ਅਪਣਾ ਸਕਦੇ ਕਿਉਂਕਿ ਇਹਦੇ ਨਾਲ ਕੀ ਹੋ ਜਾਏਗੀ, ਅਨਇੰਪਲੋਇਮੈਂਟ ਵੱਧ ਜਾਏਗੀ। ਤਾਂ ਲੇਬਰ ਇੰਟੈਂਸਿਵ ਟੈਕਨੀਕ ਪ੍ਰਮੋਟ ਇੰਪਲੋਇਮੈਂਟ, ਲੇਬਰ ਇੰਟੈਂਸਿਵ ਟੈਕਨੀਕ ਜੇ ਅਸੀਂ ਅਪਣਾਵਾਂਗੇ ਤਾਂ ਇੰਪਲੋਇਮੈਂਟ, ਲੋਕਾਂ ਨੂੰ ਕੰਮ ਮਿਲੇਗਾ, ਬੇਰੁਜ਼ਗਾਰੀ ਘਟੇਗੀ, ਗਰੀਬੀ ਘਟੇਗੀ, ਠੀਕ ਹੈ। ਲੋਕੀ ਜੇ ਗਰੀਬੀ ਘਟੇਗੀ ਤਾਂ ਉਹਨਾਂ ਕੋਲ ਪੈਸਾ ਆਏਗਾ ਤਾਂ ਆਪਣੇ ਬੱਚਿਆਂ ਨੂੰ ਵੀ ਪੜ੍ਹਾਉਣਗੇ, ਅਨਪੜ੍ਹਤਾ ਵੀ ਘਟੂਗੀ। ਇਸ ਤਰ੍ਹਾਂ ਕਰਦੇ ਕੀ ਹੈ, ਸਾਰਾ ਸਿਸਟਮ ਸਹੀ ਹੋ ਜਾਏਗਾ। ਕੈਪੀਟਲ ਇੰਟੈਂਸਿਵ ਟੈਕਨੀਕ ਇਹਨੂੰ ਪ੍ਰਮੋਟ ਕਰੇਗੀ ਐਫੀਸ਼ੈਂਸੀ ਐਂਡ ਗਰੋਥ। ਜੇਕਰ ਅਸੀਂ ਕੈਪੀਟਲ ਐਫੀਸ਼ੈਂਸੀ ਟੈਕਨੀਕ ਯੂਜ਼ ਕਰਾਂਗੇ ਤਾਂ ਹੀ ਤਾਂ ਸਾਡੀ ਪ੍ਰੋਡਕਸ਼ਨ ਜ਼ਿਆਦਾ ਹੋਏਗੀ, ਤਾਂ ਹੀ ਤਾਂ ਅਸੀਂ ਐਕਸਪੋਰਟ ਕਰ ਪਾਵਾਂਗੇ, ਤਾਂ ਹੀ ਤਾਂ ਜੇ ਐਕਸਪੋਰਟ ਕਰਾਂਗੇ ਤਾਂ ਫੋਰਨ ਦਾ ਪੈਸਾ ਸਾਡੇ ਕੋਲ ਆਏਗਾ ਤਾਂ ਉਸ ਪੈਸੇ ਦੇ ਨਾਲ ਅਸੀਂ ਇੰਪੋਰਟ ਕਰ ਪਾਵਾਂਗੇ, ਠੀਕ ਹੈ। ਪਰ ਤੁਸੀਂ ਹਜੇ ਮਾਈਕਰੋ ਲੈਵਲ 'ਤੇ ਪੜ੍ਹ ਲਿਓ, ਪਰ ਤੁਹਾਨੂੰ ਸਮਝਾਉਣ ਲਈ ਇੰਨਾ ਕਿ ਦੱਸਿਆ ਵਾ, ਜ਼ਿਆਦਾ ਦੱਸੂਗੀ ਕਨਫਿਊਜ਼ ਹੋ ਜਾਓਗੇ। ਇਕਨੋਮਿਕਸ ਤਾਂ ਬਹੁਤ ਇੰਟਰਸਟਿੰਗ ਚੀਜ਼ ਹੈ, ਇੰਨੀ ਜ਼ਿਆਦਾ ਤੁਹਾਨੂੰ ਨੌਲੇਜ ਮਿਲੇਗੀ, ਬਹੁਤ ਜਿੰਨਾ ਜ਼ਿਆਦਾ ਤੁਸੀਂ ਪੜ੍ਹਦੇ ਜਾਓਗੇ ਤੁਹਾਡਾ ਇੰਟਰਸਟ ਵੀ ਵਧੀ ਜਾਊਗਾ। ਜਿਹੜਾ ਤੁਸੀਂ ਸਟਾਰਟਿੰਗ ਕੀਤਾ ਬਹੁਤ ਕੁਛ ਹੈ ਇਹਦੇ 'ਚ ਸਿੱਖਣ ਲਈ, ਸਮਝਣ ਲਈ। ਥਰਡ ਹੈ ਫੋਰ ਵੋਮ ਟੂ ਪ੍ਰੋਡਿਊਸ, ਅਸੀਂ ਕਿਸ ਦੇ ਲਈ ਪ੍ਰੋਡਿਊਸ ਕਰੀਏ, ਮਤਲਬ ਦੀ ਸੋਸਾਇਟੀ ਕੈਨ ਸੈਟਿਸਫਾਈ ਆਲ ਦਾ ਵਾਂਟਸ ਆਫ ਦਾ ਪੀਪਲਸ। ਕੋਈ ਵੀ ਸੋਸਾਇਟੀ ਕੀ ਆਪਣੀ ਲੋਕਾਂ ਦੀ ਸਾਰੀ ਜ਼ਰੂਰਤਾਂ ਉਹਨਾਂ ਨੂੰ ਸੈਟਿਸਫਾਈ ਨਹੀਂ ਕਰ ਸਕਦੀ। ਇਟ ਹੈਜ਼ ਟੂ ਡਿਸਾਈਡ, ਤਾਂ ਉਹਨੂੰ ਡਿਸਾਈਡ ਕਰਨਾ ਪਏਗਾ ਕਿ ਉਹ ਕਿ ਲਗਜ਼ਰੀ ਗੁੱਡਸ ਬਣਾਵੇ ਜਾਂ ਨੋਰਮਲ ਗੁੱਡਸ ਬਣਾਵੇ। ਸੋਸਾਇਟੀ ਹੈ ਟੂ ਮੇਕ ਚੁਆਇਸ ਆਫ ਵੈਦਰ ਲਗਜ਼ਰੀ ਗੁੱਡਸ, ਯਾਨੀ ਕਿ ਅਮੀਰ ਲੋਕਾਂ ਦੀ ਚੀਜ਼ਾਂ ਬਣਾਵੇ ਜਾਂ ਗਰੀਬਾਂ ਦੇ ਲਈ। ਫੋਰ ਵੋਮ ਟੂ ਪ੍ਰੋਡਿਊਸ, ਕਿਸ ਦੇ ਲਈ ਪ੍ਰੋਡਿਊਸ ਕਰੇ, ਕਿ ਉਹ ਲਗਜ਼ਰੀ ਗੁੱਡਸ ਬਣਾਵੇ ਜਾਂ ਨੋਰਮਲ ਬਣਾਵੇ। ਹੁਣ ਇਕੱਲੇ ਨੋਰਮਲ ਗੁੱਡਸ ਬਣਾਵੇਗੀ ਤਾਂ ਆਪਣਾ ਫੋਰਨਰ ਦੇ ਮੁਕਾਬਲੇ ਆਪਣਾ ਲਿਵਿੰਗ ਸਟੈਂਡਰਡ ਲੋ ਹੋ ਜਾਏਗਾ, ਤਾਂ ਆਪਾਂ ਆਪਣਾ ਸਟੈਂਡਰਡ ਵੀ ਤਾਂ ਆਪਾਂ ਕਰਨਾ ਨਾ। ਇਸ ਦਾ ਇਹ ਵੀ ਕੀ ਹੈ, ਆਪ ਨੂੰ ਡਿਸਟਰੀਬਿਊਟ ਕਰਨੇ ਪੈਣਗੇ ਆਪਣੇ ਰਿਸੋਰਸਿਸ ਨੂੰ ਕਿ ਅਸੀਂ ਦੋਵਾਂ ਤਰ੍ਹਾਂ ਦੀ ਹੀ ਪ੍ਰੋਡਕਸ਼ਨ ਨੂੰ ਵਧਾਈਏ, ਤਾਂ ਜੋ ਅਸੀਂ ਵੀ ਕੀ ਹੈ ਆਪਣਾ ਸਟੈਂਡਰਡ ਆਫ ਲਿਵਿੰਗ ਨੂੰ ਵੀ ਮੇਨਟੇਨ ਕਰ ਸਕੀਏ। ਅਤੇ ਜਿਹੜੇ ਨੋਰਮਲ ਗੁੱਡਸ ਨਾਲ ਕੀ ਹੈ, ਗਰੀਬ ਲੋਕਾਂ ਨੂੰ ਵੀ ਗੁੱਡਸ, ਜਿਨ੍ਹਾਂ ਕੋਲ ਪੈਸਾ ਨਹੀਂ ਹੈਗਾ ਉਹ ਨੋਰਮਲ ਗੁੱਡਸ ਲੈ ਲੈਣ, ਅਤੇ ਜਿਨ੍ਹਾਂ ਕੋਲ ਪੈਸਾ ਉਹ ਲਗਜ਼ਰੀ ਗੁੱਡਸ ਪਰਚੇਜ਼ ਕਰ ਲੈਣ, ਤਾਂ ਜੋ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਕੀ ਹੋ ਜਾਏ, ਅਪ ਹੋ ਜਾਏ, ਠੀਕ ਹੈ। ਇੰਨਾ ਹੀ ਟੋਪਿਕ ਹੈ ਤੁਹਾਡੇ ਸਿਲੇਬਸ ਦੇ ਵਿੱਚ, ਇਹ ਇੰਨਾ ਕੀ ਲੈਸਨ ਹੀ ਹੈ। ਅਦਰਵਾਈਜ਼ ਤਾਂ ਇਹ ਲੈਸਨ ਬਹੁਤ ਲੈਂਥੀ ਸੀਗਾ, ਲਾਸਟ ਈਅਰ 'ਤੇ ਪੋਸਟ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਸੀਗੀ, ਮਾਰਜਨਲ ਓਪਰਚੁਨਿਟੀ ਕੋਸਟ ਸੀਗੀ, ਠੀਕ ਹੈ, ਬਹੁਤ ਲੈਂਥੀ ਸੀ। ਪਰ ਹੁਣ ਤੁਹਾਡਾ ਮੈਂ ਸਿਲੇਬਸ ਧਿਆਨ ਨਾਲ ਦੇਖਿਆ, ਤੁਹਾਡੇ ਸਿਲੇਬਸ ਵਿੱਚ ਬਸ ਇੰਨਾ ਕੀ ਟੋਪਿਕ ਹੈ, ਬਹੁਤ ਥੋੜਾ ਸਿਲੇਬਸ ਰਹਿ ਗਿਆ ਅਤੇ ਬਹੁਤ ਸੌਖੀ ਹੋ ਗਈ ਇਕਨੋਮਿਕਸ। ਇੱਕ ਜ਼ਰੂਰੀ ਇਨਫੋਰਮੇਸ਼ਨ, ਸਾਰੇ ਧਿਆਨ ਨਾਲ ਸੁਣੋ ਅਤੇ ਸਮਝਣ ਦੀ ਕੋਸ਼ਿਸ਼ ਕਰਿਓ, ਕੋਈ ਮਿਸਗਾਈਡ ਨਾ ਹੋਈਓ। ਹੁਣ ਤੁਹਾਡੇ ਕੀ ਆਇਆ ਵੈ, ਨਿਊ ਸੈਸ਼ਨ ਦੇ ਵਿੱਚ ਆਇਆ ਹੈ ਕਿ ਜਿਹੜੇ ਬੱਚੇ ਇਕਨੋਮਿਕਸ ਪੜ੍ਹ ਰਹੇ ਨੇ ਉਹਨਾਂ ਲਈ ਹੋਮ ਸਾਇੰਸ ਪੜ੍ਹਨਾ ਜ਼ਰੂਰੀ ਨਹੀਂ ਹੈ। ਇੱਛਾ ਹੈ ਤੁਹਾਡੀ ਕਿ ਤੁਸੀਂ ਇੱਕ ਸਬਜੈਕਟ ਆਪਸ਼ਨਲ ਦੇ ਵਿੱਚ ਹੋਮ ਸਾਇੰਸ ਲੈ ਰਹੇ ਹੋ ਜਾਂ ਨਹੀਂ। ਜੇ ਤੁਸੀਂ 3 ਸਬਜੈਕਟ ਲੈਣੇ ਹੁੰਦੇ ਨਾ, ਜੇ ਤੁਸੀਂ ਇੰਟਰ ਆਰਟਸ ਵਾਲੇ ਹੋ, ਤੁਸੀਂ ਮੈਥ ਇਕਨੋਮਿਕਸ ਲੈ ਰਹੇ ਹੋ, ਤੀਜਾ ਸਬਜੈਕਟ ਤੁਹਾਡੀ ਇੱਛਾ ਤੋਂ ਕੋਈ ਪੋਲ ਸਾਇੰਸ ਲੈ ਰਿਹਾ, ਕੋਈ ਫਿਜ਼ੀਕਲ ਲੈ ਰਿਹਾ, ਕੋਈ ਹੋਮ ਸਾਇੰਸ ਲੈ ਰਿਹਾ, ਕੁਛ ਵੀ ਲੈ ਸਕਦਾ ਹੈ।
ਲੇਕਿਨ ਜਿਹੜੇ ਬੱਚੇ ਹੋਮ ਸਾਇੰਸ ਲੈਣਗੇ ਉਹਨਾਂ ਦੇ ਲਈ ਕੰਪਲਸਰੀ ਹੈ ਇਕਨੋਮਿਕਸ ਪੜ੍ਹਨੀ। ਜੇਕਰ ਉਹ ਇਕਨੋਮਿਕਸ ਨਹੀਂ ਪੜ੍ਹਨਾ ਚਾਹੁੰਦੇ ਤਾਂ ਹੋਮ ਸਾਇੰਸ ਨਹੀਂ ਪੜ੍ਹ ਸਕਦੇ। ਹੁਣ ਤੁਸੀਂ ਇਹ ਨਾ ਸੋਚਿਓ ਕਿ ਜੇਕਰ ਅਸੀਂ ਇਕਨੋਮਿਕਸ ਲਿੱਤੇ ਤੁਹਾਨੂੰ ਹੋਮ ਸਾਇੰਸ ਪੜ੍ਹਨੀ ਪਊਗੀ, ਇਹ ਕੋਈ ਜ਼ਰੂਰੀ ਨਹੀਂ ਹੈਗਾ। ਤੁਸੀਂ ਮਿਸਗਾਈਡ ਨਾ ਹੋ ਜਿਓ ਕਿ ਮੈਂ ਤੁਹਾਨੂੰ ਕੋਈ ਐਂ ਕਹਿ ਦੂਗਾ ਕਿ ਜੇ ਤੁਸੀਂ ਇਕਨੋਮਿਕਸ ਲਿੱਤੀ ਤਾਂ ਤੁਸੀਂ ਹੋਮ ਸਾਇੰਸ ਵੀ ਪੜ੍ਹੋ, ਇਹ ਜ਼ਰੂਰੀ ਨਹੀਂ ਹੈਗਾ। ਪਰ ਜਿਹੜੇ ਬੱਚੇ ਹੋਮ ਸਾਇੰਸ ਲੈ ਰਹੇ ਨੇ ਤੁਸੀਂ ਉਹਨਾਂ ਤੱਕ ਜ਼ਰੂਰ ਮੈਸੇਜ ਕਨਵੇ ਕਰ ਦਿਓ ਕਿ ਉਹਨਾਂ ਨੂੰ ਇਕਨੋਮਿਕਸ ਪੜ੍ਹਨੀ ਪਊਗੀ। ਜੇ ਉਹ ਇਕਨੋਮਿਕਸ ਨਹੀਂ ਪੜ੍ਹਨਾ ਚਾਹੁੰਦੇ ਫਿਰ ਉਹ ਹੋਮ ਸਾਇੰਸ ਵੀ ਨਹੀਂ ਲੈ ਸਕਦੇ। ਹੋਮ ਸਾਇੰਸ ਵਾਲੇ ਬੱਚਿਆਂ ਨੂੰ ਇਕਨੋਮਿਕਸ ਲੈਣੀ ਪਊਗੀ, ਕਿ ਹੋਮ ਸਾਇੰਸ ਦੇ ਬਹੁਤ ਬੱਚੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਇਕਨੋਮਿਕਸ ਨਹੀਂ ਲਈ ਹੋਈ। ਤਾਂ ਉਹਨਾਂ ਤੱਕ ਜੇ ਤੁਹਾਡੇ ਕੋਈ ਨੌਲੇਜ ਦੇ ਵਿੱਚ ਬੱਚਾ ਤਾਂ ਉਹਨਾਂ ਤੱਕ ਮੈਸੇਜ ਜ਼ਰੂਰ ਕਨਵੇ ਕਰ ਦਿਓ ਕਿ ਹੋਮ ਸਾਇੰਸ ਵਾਲੇ ਬੱਚਿਆਂ ਨੂੰ ਇਕਨੋਮਿਕਸ ਪੜ੍ਹਨੀ ਜ਼ਰੂਰੀ ਹੈ। ਓਕੇ, ਤੇ ਬਾਕੀ ਜੇ ਇਸ ਲਈ ਇਹ ਟੌਪਿਕ ਖਤਮ ਹੋ ਗਿਆ। ਇਹਦੇ ਰਿਗਾਰਡਿੰਗ ਤੁਹਾਨੂੰ ਜੇ ਕੋਈ ਵੀ ਪ੍ਰੋਬਲਮ ਹੋਈ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ। ਤੇ ਬੁੱਕਸ ਬਾਰੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਕਿ ਬੁੱਕਸ ਹਜੇ ਤੁਹਾਡੀ ਮਾਰਕੀਟ ਦੇ ਵਿੱਚ ਨਹੀਂ ਆਈਆਂ, ਬੁੱਕਸ ਮਾਰਕੀਟ ਦੇ ਵਿੱਚ ਆ ਜਾਣ ਦਿਓ, ਫਿਰ ਮੈਂ ਵੀ ਸਟੱਡੀ ਕਰ ਲਾਂ ਕਿ ਕਿਹੜੀ ਬੁੱਕ ਜ਼ਿਆਦਾ ਬੈਟਰ ਹੈ। ਹੁਣ ਮੈਨੂੰ ਵੀ ਨਾ ਪਤਾ ਨਵੇਂ ਬੁੱਕਸ ਆ ਰਹੀਆਂ ਉਹ ਕਿਵੇਂ ਪ੍ਰਿੰਟ ਹੋ ਕੇ ਆ ਰਹੇ ਨੇ ਅਤੇ ਕਿਹੜੇ ਰਾਈਟਰ ਦੀ ਬੁੱਕ ਜ਼ਿਆਦਾ ਵਧੀਆ। ਤੁਸੀਂ ਮੈਨੂੰ ਬਾਰ-ਬਾਰ ਕੁਐਸਚਨਸ ਨਾ ਕਰੋ ਕਿ ਕਿਹੜੀ ਬੁੱਕ ਲਈਏ, ਬੁੱਕਸ ਆ ਜਾਣ ਦਿਓ, ਮੈਨੂੰ ਪੜ੍ਹ ਲੈਣ ਦਿਓ, ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂੰਗੀ ਕਿ ਕਿਹੜੀ ਬੁੱਕ ਵਧੀਆ ਕਿਹੜੀ ਨਹੀਂ। ਜੇ ਤੁਹਾਨੂੰ ਜ਼ਿਆਦਾ ਹੀ ਜਲਦੀ ਹੈ ਜਿਨ੍ਹਾਂ ਨੂੰ, ਉਹ ਫਿਰ ਟੀ ਆਰ ਜੈਨ ਦੀ ਜਾਂ ਕਾਮਰਸ ਵਾਲੇ ਆਰਟਸ ਵਾਲੇ ਬੱਚੇ ਟੀ ਆਰ ਜੈਨ ਦੀ ਬੁੱਕ ਲੈ ਲਓ ਅਤੇ ਕਾਮਰਸ ਵਾਲੇ ਇੰਦਰ ਕੁਮਾਰ ਦੀ ਬੁੱਕ ਲੈ ਲਓ। ਕਲੀਅਰ। ਬਾਕੀ ਹਜੇ ਮੈਂ ਬੁੱਕ ਖੁਦ ਹੀ ਜਦੋਂ ਆਈਆਂ ਹੀ ਨਹੀਂ, ਮੈਂ ਸਟੱਡੀ ਹੀ ਨਹੀਂ ਕੀਤੀ ਨਵੇਂ ਸਿਲੇਬਸ ਦੇ ਅਕੋਰਡਿੰਗ, ਪਰ ਇਹ ਕਹਿ ਸਕਦੀ ਹੈ ਕਿ ਇਕਨੋਮਿਕਸ ਦਾ ਸਿਲੇਬਸ ਬਹੁਤ ਘੱਟ ਗਿਆ, ਇਕਨੋਮਿਕਸ ਤੁਹਾਡੇ ਲਈ ਬਹੁਤ ਜ਼ਿਆਦਾ ਈਜ਼ੀ ਹੋ। ਓਕੇ, ਇਹ ਮੇਰਾ ਸਬਜੈਕਟ ਮੈਂ ਇਸ ਲਈ ਨਹੀਂ ਕਹਿ ਰਹੀ, ਠੀਕ ਹੈ। ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿਹੜੇ ਬੱਚੇ ਪੜ੍ਹ ਰਹੇ ਹੋ ਕਿਹੜੇ ਨਹੀਂ ਪੜ੍ਹ ਰਹੇ, ਹੈ ਨਾ, ਪਰ ਮੈਂ ਤੁਹਾਡੀ ਨੌਲੇਜ ਵਾਸਤੇ ਕਹਿ ਰਹੀ ਹਾਂ, ਠੀਕ ਹੈ। ਓਕੇ।